ऊच अपार बेअंत सुआमी, कौन जाने गुण तेरे। गावते उदरे सुनते उदरे, बिन से पाप कनेरे। पशु परेत मुग्ध को तारे, पाहन पार उतारे। नानक दास तेरी सरनाई, सदा सदा बलहारे। दंडौत बंधन अनेक बार, सर्ब कला समर्थ। डोलन ते राखो प्रभु, नानक दे कर हथ। डोलन ते राखो प्रभु, नानक दे कर हथ। वाहिगुरु जी का खालसा, वाहिगुरु जी की फतेह। धन 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 सतगुरु, आदि गुरु जगत गुरु, गुरु नानक देव साहिब जी महाराज। चावर तख्तां दे मालिक, गुरता गद्दी ते सुभाए मान। हाजरा हजूर जाहरा जहूर, सर्ब कला भरपूर समर्थ सतगुरु। श्री गुरु गुरु ग्रंथ साहिब जी महाराज। सतगुरु जियां दी अपार बख्शिश रहमत हुई है। सतगुरु जियां दी किरपा दे सदका रात सुखां दे नाल बतीत होई। सतगुरु जियां दे भाणे दे अंदर दिन प्रकाशमान होया। अमृत वेले आप सरबत संगतां सतगुरु जियां दी गोद दा आनंद प्राप्त कर रहे हो। सतगुरु जी जिन्हां उपर नदर करन, जिन्हां उपर रहमत करन, उन्हां नूं अपने दीदार बख्शिश कर दिंदे ने। आप सबना दे उपर कनेरी दृष्टि नदर हुई है कि अमृत वेले आपां सबना ने रल मिल करके नितनेम दे जाप गायन कीते, नितनेम दी बाणी सरवण कीती। उपरंत आसा जी दी वार दे पाठ होए, सरवण कीते गए। उपरंत सतगुरु जियां दी पावन पवित्र मुबारक रसना पासों धुर की बाणी अलाही गुरबाणी 12 माह माज जियां दे पाठ कीते गए। सतगुरु जियां दी पावन पवित्र रसना तो जो अज सावण का महीना प्रारंभ होया है, सतगुरु जियां ने सानू सबना नू उपदेश बख्शिश किया है। क्योंकि हर एक सवास सवास ਜਾਂ ਆਪਾਂ ਕਹਿ ਲਈਏ कि सतगुरु जियां ने जीवन ਨੂੰ ਸਮਝਾਉਣ ਦੇ ਵਾਸਤੇ हर एक महीने का उपदेश किया है। पहले ਸਮਿਆਂ ਦੇ अंदर साध संगत जी बड़े कर्म कांड हुंदे सन। तिन्हां नूं मुख रखदियां होइयां गुरु चरनां पास अरदास कीती कि सतगुरु कि असीं भी उही कर्म कांड करने ने जो मनमुख कर रहे ने। ते सतगुरु गुरु नानक देव महाराज जियां ने तुखारी राग दे अंदर 12 माह माज तुखारी राग दे अंदर सतगुरु जियां ने गुरबाणी जिहड़ी प्रकाशमान उचारण कीती। उपरंत गुरबाणी का
ਔਖਾ ਹੋਣ ਕਰਕੇ, ਸ਼ਬਦ ਜਿਹੜੇ ਕਠਿਨ ਹੋਣ ਕਰਕੇ ਸਿੱਖਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਕਿ ਹਜੂਰ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਗੁਰਬਾਣੀ ਉਚਾਰਨ ਕੀਤੀ ਤੁਖਾਰੀ ਰਾਗ ਦੇ ਅੰਦਰ, ਉਹ ਥੋੜ੍ਹੀ ਕਠਿਨ ਹੈ। ਇਸ ਕਰਕੇ ਆਪ ਸਿੱਧੇ ਜੇ ਔਰ ਸਪਸ਼ਟ ਸ਼ਬਦਾਂ ਦੇ ਅੰਦਰ ਸਾਨੂੰ ਫਿਰ ਤੋਂ 12 ਮਹੀਨਿਆਂ ਦਾ ਉਪਦੇਸ਼ ਆਪਣੀ ਪਾਵਨ ਰਸਨਾ ਤੋਂ ਉਚਾਰਨ ਕਰਕੇ ਬਖਸ਼ਿਸ਼ ਕਰੋ। ਜੋ ਅੱਜ ਸਾਵਣ ਦਾ ਪਾਵਨ ਪਵਿੱਤਰ ਮਹੀਨਾ ਆਰੰਭ ਹੋਇਆ ਹੈ, ਸਤਿਗੁਰੂ ਹਜੂਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਿਉਂਕਿ ਸਿੱਖ ਦਾ ਕੰਮ ਹੈ, ਕਾਰਜ ਪਹਿਲਾ ਹੈ ਕਿ ਗੁਰੂ ਨੂੰ ਸਮਰਪਿਤ ਹੋ ਕਰਕੇ ਗੁਰੂ ਦਾ ਹੁਕਮ ਜਿਹੜਾ ਉਹਨੂੰ ਮੰਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਨਾ, ਤਾਂ ਸਿੱਖ ਦੀ ਜ਼ਿੰਦਗੀ ਸੁਖਾਲੀ ਹੋ ਸਕਦੀ ਹੈ। ਜਿਹਨੂੰ ਇਸ਼ਟ ਧਾਰਨ ਕੀਤਾ ਹੈ, ਜਿਹਨੂੰ ਇਹ ਮੰਨਿਆ ਹੈ ਕਿ ਸਾਡਾ ਸਮਰੱਥ ਗੁਰੂ ਹੈ, ਉਸ ਗੁਰੂ ਦਾ ਹੁਕਮ ਵੀ ਜਿਹੜਾ ਮੰਨ ਕਰਕੇ ਚੱਲਣਾ ਅਤੇ ਉਸ ਦੇ ਉੱਪਰ ਪਹਿਰਾ ਦੇਣਾ। ਆਓ ਸਾਧ ਸੰਗਤ ਜੀ, ਆਪਾਂ ਪ੍ਰੇਮ ਦੇ ਵਿੱਚ ਭਿੱਜ ਕਰਕੇ ਕੁਝ ਸਮਾਂ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਵਿਚਾਰ ਦੇ ਨਾਲ ਜੁੜ ਕਰਕੇ ਸਤਿਗੁਰੂ ਜੀਆਂ ਦੇ ਇਸ ਸ਼ਬਦ ਦਾ ਲਾਭ ਪ੍ਰਾਪਤ ਕਰੀਏ। ਸਾਰੇ ਹੀਆਂ ਸੰਗਤਾਂ ਆਪਣੇ ਮਨ ਨੂੰ ਤਨ ਨੂੰ ਪਵਿੱਤਰ ਕਰਦਿਆਂ ਹੋਇਆਂ, ਹਾਜ਼ਰੀ ਲਗਵਾਉਂਦਿਆਂ ਹੋਇਆਂ ਕੋਈ ਵੀ ਰਸਨਾ ਵਾਂਝੀ ਨਾ ਰਹੇ, ਬੜੇ ਪ੍ਰੇਮ ਸਹਿਤ ਉਚਾਰਨ ਕਰਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਕਰੋ ਜੀ ਉਚਾਰਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਆਰੰਭਤਾ ਦੇ ਅੰਦਰ ਸਤਿਗੁਰੂ ਜੀਆਂ ਨੇ ਬਖਸ਼ਿਸ਼ ਕੀਤੀ ਸਾਧ ਸੰਗਤ ਜੀ। ਜਿਵੇਂ ਆਪਾਂ ਹਾੜ ਦੇ ਮਹੀਨੇ ਨੂੰ ਬਤੀਤ ਕਰਕੇ ਆਏ ਆ ਨਾ, ਜੀਵਾਂ ਦੇ ਅੰਦਰ ਜੋ ਤਪਸ਼ ਭਰੀ ਸੀ, ਬਨਸਪਤੀ ਦੇ ਅੰਦਰ ਜਿਹੜੀ ਤਪਸ਼ ਔਰ ਔੜ ਭਰੀ ਸੀ ਨਾ, ਸਤਿਗੁਰੂ ਜੀਆਂ ਨੇ ਕਿਰਪਾ ਕੀਤੀ ਹੈ। ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ। ਸਾਵਣ ਦੇ ਮਹੀਨੇ ਦੇ ਅੰਦਰ ਬਨਸਪਤੀ ਰੁੱਖਾਂ ਦੇ ਅੰਦਰ ਇੱਕ ਅਨੋਖੀ ਜਿਹੜੀ ਚਿਰਕਰਾਹਟ ਆਈ ਹੈ। ਇਹਨਾਂ ਸਭਨਾਂ ਦੇ ਅੰਦਰ ਹਰਿਆਲੀ ਆਈ ਹੈ। ਸਾਰੇ ਰੁੱਖ ਭਰੇ, ਖੇਤ ਜਿਹੜੇ ਬਨਸਪਤੀ ਜੀਵ ਜਿਹੜੇ ਉਹ ਹਰੇ ਭਰੇ ਹੋਏ। ਕਿਉਂਕਿ ਜਦੋਂ ਕਾਲੀਆਂ ਘਟਾਂ ਚੜ੍ਹ ਕਰਕੇ ਆਉਂਦੀਆਂ ਨਾ, ਉਹ ਜਲ ਥਲ ਕਰ ਜਿਆ ਕਰਦੀਆਂ। ਸਤਿਗੁਰੂ ਬਚਨ ਕਰਦੇ ਸਾਵਣ ਸਰਸੀ ਕਾਮਣੀ। ਸਾਵਣ ਤੋਂ ਭਾਵ ਹੈ ਸਾਧ ਸੰਗਤ ਜੀ ਜੋ ਆਪਾਂ ਸਾਉਣ ਦਾ ਮਹੀਨਾ ਕਹਿੰਦੇ ਆ। ਸਰਸੀ ਦੋ ਸ਼ਬਦਾਂ ਦਾ ਸੁਮੇਲ ਹੈ, ਸਾ ਤੇ ਰਸੀ, ਰਸ ਦੇ ਨਾਲ ਭਰੀ ਹੋਈ। ਕਾਮਣੀ ਤੋਂ ਭਾਵ ਹੈ ਜੀਵ ਇਸਤਰੀ। ਸਤਿਗੁਰੂ ਜੀ ਇੱਕ ਉਦਾਹਰਣ ਦੇ ਕਰਕੇ ਸਾਨੂੰ ਮਨੁੱਖਾਂ ਨੂੰ ਉਸ ਪਰਮਾਤਮਾ ਦੇ ਨਾਲ ਜੋੜਨਾ ਕਰਦੇ। ਸਾਉਣ ਦੇ ਮਹੀਨੇ ਦੇ ਵਿੱਚ ਜਿਹੜੀ ਜੀਵ ਇਸਤਰੀ ਹੈ ਨਾ ਸਾਧ ਸੰਗਤ ਜੀ, ਉਹ ਰਸ ਭਰੀ ਹੋ ਜਾਂਦੀ ਹੈ। ਉਹਦੇ ਅੰਦਰ ਇੱਕ ਰਸ ਭਰ ਜਾਂਦਾ ਹੈ ਆਪਣੇ ਪਤੀ ਪਰਮੇਸ਼ਵਰ ਦੇ ਪ੍ਰਤੀ। ਉਹ ਭਾਗਾਂ ਵਾਲੀ ਜੀਵ ਇਸਤਰੀ ਹੋ ਜਾਂਦੀ। ਪਰ ਨਾਲ ਹੀ ਸਤਿਗੁਰੂ ਜੀਆਂ ਨੇ ਬਚਨ ਕੀਤੇ ਕਿ ਕਿਵੇਂ ਸਾਵਨ ਸਰਸੀ ਕਾਮਣੀ, ਉਹ ਹਰੀ ਭਰੀ ਹੋ ਗਈ, ਭਾਗਾਂ ਵਾਲੀ ਪ੍ਰਫੁੱਲਤ ਹੈ ਜਿਹੜੀ ਆਪਣੇ ਪਤੀ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਲੱਗੀ ਹੋਈ ਹੈ। ਪਰ ਕਿਵੇਂ? ਚਰਨ ਕਮਲ ਸਿਉ ਪਿਆਰ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਉਹਨੇ ਪਰਮਾਤਮਾ ਪਤੀ ਦੇ ਚਰਨਾਂ ਕਮਲਾਂ ਦੇ ਨਾਲ ਆਪਣੀ ਪ੍ਰੀਤ ਨੂੰ ਜੋੜਿਆ ਹੋਇਆ ਹੈ। ਆਪਣੀ ਪ੍ਰੀਤੀ ਜਿਹੜੀ ਹੈ, ਪਿਆਰ ਜਿਹੜਾ ਹੈ, ਉਹ ਪਰਮਾਤਮਾ ਵਾਹਿਗੁਰੂ ਪਤੀ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਲਾਇਆ। ਕਿਉਂਕਿ ਸੰਸਾਰ ਦੇ ਅੰਦਰ ਮਨੁੱਖ ਜਿਹੜਾ ਵਸਤੂਆਂ ਨੂੰ ਪਿਆਰ ਕਰਦਾ ਹੈ, ਪ੍ਰੀਤੀ ਕਰਦਾ ਹੈ, ਜਿਨ੍ਹਾਂ ਵਸਤੂਆਂ ਨੇ ਛੱਡ ਕਰਕੇ ਚਲੇ ਜਾਣਾ ਜਾਂ ਸਾਕ ਸੰਬੰਧੀ ਹੋ ਗਏ, ਹੋਰ ਮੋਹ ਹੋ ਗਏ, ਜਿਨ੍ਹਾਂ ਦੇ ਨਾਲ ਪ੍ਰੀਤ ਕਰਦਾ ਹੈ। ਪਰ ਜਿਹੜਾ ਸੱਚਾ ਪਿਆਰ ਪ੍ਰੀਤੀ ਹੈ ਉਹ ਪਰਮਾਤਮਾ ਦੇ ਨਾਲ ਹੈ। ਸਾਵਣ ਦੇ ਵਿੱਚ ਉਹਨਾਂ ਜੀਵ ਇਸਤਰੀਆਂ ਦੇ, ਉਹਨਾਂ ਜਿੰਦਾਂ ਦੇ ਵੀ ਜਿਹੜੇ ਹਿਰਦੇ ਨੇ ਨਾ, ਉਹ ਹਰੇ ਭਰੇ ਹੋ ਜਾਂਦੇ ਨੇ, ਹਰਿਆਵਲੀ ਆ ਜਾਂਦੀ ਉਹਨਾਂ ਦੇ ਅੰਦਰ। ਭਾਵ
ਕਿ ਜਿਹੜੀ ਬਰਸਾਤ ਨਾਮ ਰੂਪੀ ਜਦੋਂ ਹੋਣ ਲੱਗ ਜਾਵੇ ਨਾ, ਸਾਰੇ ਜੀਵ ਜਿਹੜੀ ਲੱਗੀ ਹੋਈ ਇਸ ਸਰੀਰ ਨੂੰ ਔੜ ਹੈ ਉਹ ਸਾਰੀ ਖਤਮ ਹੋ ਜਾਂਦੀ ਹੈ। ਕਿਉਂਕਿ ਜਿਹੜੇ ਜਗਿਆਸੂ ਜੀਵ ਨੇ ਨਾ, ਉਹ ਪਰਮਾਤਮਾ ਵਾਹਿਗੁਰੂ ਜੀਆਂ ਦਾ ਜਦੋਂ ਨਾਮ ਜਪਣਾ ਕਰਦੇ ਹਿਰਦੇ ਦੇ ਅੰਦਰ ਵਸਾਉਂਦੇ ਨੇ ਨਾ, ਉਹਨਾਂ ਦੇ ਪਰਮਾਤਮਾ ਵਾਹਿਗੁਰੂ ਜੀਆਂ ਦੇ ਚਰਨ ਕਮਲਾਂ ਦਾ ਪਿਆਰ ਭਰ ਕੇ ਤੇ ਉਹਨਾਂ ਦੀ ਇਸ ਨਾਮ ਰੂਪੀ ਬੂੰਦ ਜਿਹੜੀ ਵਰਖਾ ਉਹਨਾਂ ਦੇ ਜੀਵਨ ਉੱਪਰ ਹੁੰਦੀ ਹੈ, ਤੇ ਉਹ ਜੀਵ ਜਿਹੜੇ ਨੇ ਉਹ ਹਰੇ ਭਰੇ ਹੋ ਜਾਇਆ ਕਰਦੇ, ਉਹ ਜੀਵ ਜਿਹੜੇ ਨੇ ਰਸ ਭਰੇ ਹੋ ਜਾਇਆ ਕਰਦੇ। ਹੁਣ ਸਾਧ ਸੰਗਤ ਜੀ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਉਸ ਪਾਵਨ ਪਵਿੱਤਰ ਗੁਰਬਾਣੀ ਦਾ ਓਟ ਆਸਰਾ ਤੱਕਿਆ ਹੈ ਨਾ, ਕਿਉਂਕਿ ਓਟ ਆਸਰਾ ਵੀ ਉਹੀ ਤੱਕਦਾ ਹੈ ਜਿਹਦਾ ਪਤੀ ਪਰਮੇਸ਼ਵਰ ਦੇ ਨਾਲ ਪਿਆਰ ਹੋਵੇ, ਜਿਹਦਾ ਗੁਰੂ ਦੇ ਨਾਲ ਪਿਆਰ ਹੋਵੇ, ਉਹ ਵੀ ਗੁਰੂ ਦਾ ਹੁਕਮ ਮੰਨਦਾ ਹੈ। ਤੇ ਜਿਨ੍ਹਾਂ ਨੇ ਹੁਕਮ ਮੰਨਿਆ ਉਹਨਾਂ ਦੇ ਹਿਰਦੇ ਜਿਹੜੇ ਨੇ ਤਪਸ਼ ਦੇ ਵਿੱਚ ਠੰਡੇ ਰਹਿੰਦੇ ਔਰ ਠੰਡਕ ਦੇ ਵਿੱਚ ਨਿੱਘ ਮਾਣਿਆ ਕਰਦੇ। ਕਿਉਂਕਿ ਜਿਹੜਾ ਜੀਵ ਹੈ ਨਾ, ਜਦੋਂ ਪਰਮਾਤਮਾ ਦੇ ਨਾਲ ਜੁੜਿਆ ਹੋਵੇ, ਭਾਵੇਂ ਕਿ ਬਾਹਰ ਰੂਪੀ ਸਾਨੂੰ ਠੰਡ ਜਾਂ ਗਰਮੀ ਲੱਗਦੀ ਹੈ ਮੌਸਮ ਦੇ ਹਿਸਾਬ ਦੇ ਨਾਲ, ਪਰ ਜਿਹੜਾ ਜੀਵ ਪਰਮਾਤਮਾ ਦੇ ਨਾਲ ਜੁੜਿਆ ਹੈ, ਪਰਮਾਤਮਾ ਦੇ ਭਾਣੇ ਨੂੰ ਮੰਨ ਕਰਕੇ ਚੱਲਦਾ ਹੈ, ਆਪਣੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀਆਂ ਦੇ ਹੁਕਮ ਨੂੰ ਧਾਰਨ ਕੀਤਾ ਹੈ ਨਾ, ਉਹਨੂੰ ਇਸ ਬਦਲਦੀਆਂ ਰੁੱਤਾਂ ਦੇ ਨਾਲ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਜਿਨੇ ਪਰਮਾਤਮਾ ਵਾਹਿਗੁਰੂ ਜੀਆਂ ਦੇ ਨਾਲ ਪ੍ਰੇਮ ਕੀਤਾ ਹੈ, ਪ੍ਰੀਤੀ ਗੰਢ ਜੋੜੀ ਹੈ ਨਾ, ਉਹ ਇਸ ਸਾਵਣ ਦੇ ਮਹੀਨੇ ਦੇ ਵਿੱਚ ਜਿਵੇਂ ਬਾਰਿਸ਼ ਹੁੰਦੀ, ਮੀਂਹ ਪੈਂਦਾ ਹੈ ਨਾ, ਉਸੇ ਤਰ੍ਹਾਂ ਨਾਮ ਰੂਪੀ ਮੀਂਹ ਦੇ ਨਾਲ ਉਹਨਾਂ ਦੇ ਹਿਰਦੇ ਜਿਹੜੇ ਨੇ ਨਾ, ਉਹ ਠੰਡੇ ਠਾਰ ਹੋ ਜਾਇਆ ਕਰਦੇ ਨੇ। ਉਹਨਾਂ ਦੇ ਹਿਰਦੇ ਅੰਦਰ ਇਸ ਪਰਮਾਤਮਾ ਦੇ ਸ਼ਬਦ ਰੂਪੀ ਮੀਂਹ ਦੀ ਬਰਸਾਤ ਹੁੰਦੀ ਹੈ, ਤੇ ਉਹ ਜੀਵ ਹਰੇ ਭਰੇ ਹੋ ਜਾਂਦੇ ਨੇ। ਤੇ ਜਦੋਂ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਕਰਕੇ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਫਿਰ ਅੱਗੇ ਸਤਿਗੁਰੂ ਕਿਰਪਾ ਕਰਦੇ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਹੁਣ ਸਾਧ ਸੰਗਤ ਜੀ, ਜਦੋਂ ਗੁਰਬਾਣੀ ਪੜ੍ਹੀ ਜਾਂਦੀ ਹੈ ਨਾ, ਇੱਥੇ ਤਨ ਸ਼ਬਦ ਵੀ ਲਿਖਿਆ ਹੈ। ਜਦੋਂ ਅਸੀਂ ਮਨ ਗੁਰੂ ਸਾਹਿਬ ਜੀਆਂ ਨੂੰ ਸਮਰਪਿਤ ਕਰਕੇ ਜਾਪ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਨਾਲ ਹੁਣ ਆਪਾਂ ਕਹੀਏ ਕਿ ਤਨ ਕਿਵੇਂ ਪਵਿੱਤਰ ਹੁੰਦਾ। ਗੁਰਬਾਣੀ ਦੇ ਅੰਦਰ ਬਚਨ ਆਉਂਦੇ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਜਦੋਂ ਪਾਵਨ ਪਵਿੱਤਰ ਗੁਰਬਾਣੀ ਜਿਹੜੀ ਰਸਨਾ ਦੁਆਰਾ ਜਪੀ ਜਾਵੇ ਨਾ, ਉਹ ਹਰ ਇੱਕ ਰੋਮ ਦੇ ਵਿੱਚੋਂ ਚੱਲਣ ਲੱਗ ਜਾਂਦੀ ਹੈ। ਉਹ ਕਿਵੇਂ? ਰਸਨਾ ਦੁਆਰਾ ਜਪ ਕਰਕੇ ਹਿਰਦੇ ਘਰ ਦੇ ਅੰਦਰ ਸ਼ਬਦ ਟਿਕ ਜਾਂਦਾ ਹੈ, ਤੇ ਜਦੋਂ ਸ਼ਬਦ ਟਿਕਦਾ ਹੈ ਨਾ, ਉਦੋਂ ਰਸਨਾ ਨੂੰ ਜਪਣ ਦੀ ਲੋੜ ਨਹੀਂ ਪੈਂਦੀ। ਹਰ ਇੱਕ ਰੋਮ ਦੇ ਵਿੱਚੋਂ ਵਾਹਿਗੁਰੂ ਜੀ ਦੇ ਨਾਮ ਦੀਆਂ ਧੁਨੀਆਂ ਜਿਹੜੀਆਂ ਉਹ ਨਿਕਲਦੀਆਂ ਨੇ। ਸਾਧ ਸੰਗਤ ਜੀ, ਜਿਹੜੇ ਸਾਧੂ ਮਹਾਤਮਾ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ, ਉਹ ਪਰਮਾਤਮਾ ਦੇ ਚਰਨਾਂ ਪਾਸ ਹੋ ਕਰਕੇ ਪਰਮਾਤਮਾ ਦੇ ਹੋ ਗਏ ਨੇ ਨਾ। ਜਿਨ੍ਹਾਂ ਨੇ ਉਸ ਦੇ ਨਾਲ ਪ੍ਰੀਤ ਕੀਤੀ ਹੈ, ਉਹਨਾਂ ਨੇ ਆਪਣੇ ਮਨ ਨੂੰ ਸਾਧਿਆ ਹੈ, ਔਰ ਉਹਨਾਂ ਦੀ ਰਸਨਾ ਜਪ ਕੇ ਹੁਣ ਜਿਵੇਂ ਤੀਜਾ ਪਦ ਹੈ ਨਾ, ਮਾਇਆ ਤੋਂ ਉੱਠ ਕਰਕੇ ਤੁਰਿਆ ਅਵਸਥਾ, ਉਸ ਦੇ ਵਿੱਚ ਚਲੇ ਜਾਂਦੇ। ਤੇ ਫਿਰ ਕੀ ਹੁੰਦਾ ਹੈ? ਮਨ ਤਨ ਰਤਾ ਸੱਚ ਰੰਗ। ਮਨ ਤੇ ਤਨ ਜਿਹੜਾ ਉਹ ਰੰਗਿਆ ਜਾਂਦਾ ਇੱਕ ਸੱਚ ਰੰਗ ਦੇ ਵਿੱਚ। ਸੱਚ ਕੀ ਹੈ? ਉਸ ਪਰਮਾਤਮਾ ਦਾ ਨਾਮ। ਸੱਚ ਕੀ ਹੈ? ਉਸ ਪਰਮਾਤਮਾ ਦੇ ਦਰਸ਼ਨ। ਸੱਚ ਕੀ? ਉਹ ਪਰਮਾਤਮਾ ਵਾਹਿਗੁਰੂ ਆਪ। ਸਾਰੀ ਜ਼ਿੰਦਗੀ, ਸਾਰੀ ਇਸ ਸੰਸਾਰ ਦੇ ਅੰਦਰ, ਸ੍ਰਿਸ਼ਟੀ ਦੇ ਅੰਦਰ ਸਾਰਾ ਕੁਝ ਪਸਾਰਾ ਕਾਹਦਾ ਹੈ? ਝੂਠ ਦਾ। ਤੇ ਸੱਚ ਕੇਵਲ ਤੇ ਕੇਵਲ ਉਹ ਪਰਮਾਤਮਾ ਵਾਹਿਗੁਰੂ ਹੈ, ਜਿਹੜਾ ਅੱਜ ਵੀ ਸੱਚ, ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਰਹੇਗਾ। ਤੇ ਸੱਚ ਸੀ, ਆਪਾਂ ਪੜ੍ਹਦੇ ਆ ਨਾ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਉਸ ਸੱਚ ਦੇ ਨਾਲ ਰੰਗ ਕਰਕੇ ਇੱਕੋ ਨਾਮ ਆਧਾਰ। ਹੁਣ ਇੱਥੇ ਮਹਾਰਾਜ ਜੀਆਂ ਨੇ ਉਪਦੇਸ਼ ਕੀਤਾ ਕਿ ਇੱਕੋ ਨਾਮ, ਇੱਕੋ ਪਰਮਾਤਮਾ ਤੇ ਇੱਕੋ ਨਾਮ ਦੇ ਨਾਲ ਜੁੜਨਾ ਹੈ। ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ, ਇੱਕੋ ਦਾ ਓਟ ਆਸਰਾ ਤੱਕ ਕਰਕੇ ਜੀਵ ਇਸ ਮਹੀਨੇ ਦੇ ਦੁਆਰਾ ਪਰਮਾਤਮਾ ਦੇ ਨਾਲ, ਚਰਨਾਂ ਦੇ ਨਾਲ ਪਿਆਰ ਕਰਕੇ ਉਹ ਰਤੇ ਗਏ ਨੇ ਉਸ ਦੇ ਰੰਗ ਦੇ ਅੰਦਰ। ਉਹਨਾਂ ਦਾ ਮਨ ਜਿਹੜਾ ਉਹ ਵੀ ਨਿਰਮਲ ਹੋ ਗਿਆ ਗੁਰਬਾਣੀ ਪੜ੍ਹ ਕਰਕੇ।
ਤਨ ਜਿਹੜਾ ਜਦੋਂ ਗੁਰਬਾਣੀ ਮਨ ਦੇ ਅੰਦਰ ਗਈ, ਤਨ ਦੇ ਵਿੱਚ ਜਿਹੜੇ ਗਿਆਨ ਇੰਦਰੇ ਨੇ ਉਹ ਵੀ ਸ਼ਬਦ ਦੇ ਵਿੱਚ ਗਏ। ਅੱਗੇ ਸਤਿਗੁਰੂ ਕਿਰਪਾ ਕਰੇ, ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ। ਹੁਣ ਕੀ ਰਹਿਮਤ ਹੋਈ ਹੈ ਜੀਵ ਦੇ ਉੱਪਰ, ਵਿਖਿਆ ਰੰਗ ਕੁੜਾਵਿਆ। ਸਾਧ ਸੰਗਤ ਜੀ, ਜਦੋਂ ਪਰਮਾਤਮਾ ਦੇ ਪਿਆਰੇ ਗੁਰਮੁਖਾਂ ਨੂੰ ਸਮਝ ਪੈ ਜਾਵੇ ਨਾ ਕਿ ਇਹ ਜਿਹੜੀ ਮਾਇਆ ਇਹ ਨਾਸ਼ਵੰਤ ਹੈ, ਇਹ ਮਾਇਆ ਉਹਨਾਂ ਸਮਾਂ ਹੀ ਹੈ ਜਿੰਨਾ ਸਮਾਂ ਅਸੀਂ ਇਸ ਸੰਸਾਰ ਦੇ ਵਿੱਚ, ਬਾਅਦ ਵਿੱਚ ਮੁੜ ਕਰਕੇ ਇਹਨੇ ਸਾਥ ਨਹੀਂ ਦੇਣਾ। ਵਿਖਿਆ ਰੰਗ ਕੁੜਾਵਿਆ। ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਚਨ ਆਉਂਦਾ ਹੈ, ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ। ਸਤਿਗੁਰੂ ਕਹਿੰਦੇ ਸੰਸਾਰ ਦੇ ਅੰਦਰ ਜਿੰਨੀਆਂ ਵਸਤੂਆਂ ਨੇ ਨਾ, ਜਿੰਨੇ ਪਦਾਰਥ ਨੇ, ਸਾਰੇ ਕੌੜੇ ਨੇ। ਤੇ ਮਿੱਠਾ ਕੀ ਹੈ? ਉਹ ਸੱਚਾ ਕੇਵਲ ਪਰਮਾਤਮਾ ਵਾਹਿਗੁਰੂ ਜੀਆਂ ਦਾ ਨਾਮ, ਉਹੀ ਕੇਵਲ ਤੇ ਕੇਵਲ ਮਿੱਠਾ ਹੈ। ਭਾਵੇਂ ਕਿ ਜਿੰਨੇ ਮਰਜ਼ੀ ਮਿਠਾਸ ਭਰੇ ਪਦਾਰਥ ਹੋਣ ਨਾ, ਉਸ ਪਰਮਾਤਮਾ ਦੇ ਸ਼ਬਦ ਦੀ ਬਰਾਬਰਤਾ ਨਹੀਂ ਕਰ ਸਕਦੇ। ਜਿਵੇਂ ਭਗਤ ਫਰੀਦ ਜੀਆਂ ਨੇ ਸ਼ਲੋਕਾਂ ਦੇ ਵਿੱਚ ਕਿਰਪਾ ਕੀਤੀ ਨਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਉਹ ਪਰਮਾਤਮਾ ਦੇ ਨਾਮ ਤੱਕ ਪੁੱਜ ਨਹੀਂ ਸਕਦੀ, ਬਰਾਬਰਤਾ ਨਹੀਂ ਕਰ ਸਕਦੇ। ਇਸ ਕਰਕੇ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸਾਰ। ਤੇ ਜਿਹੜੇ ਗੁਰਮੁਖ ਪਿਆਰੇ ਸੇਵਕ ਨੇ ਨਾ, ਉਹਨੂੰ ਇਹ ਮਾਇਆ ਦੇ ਰੰਗ ਜਿਹੜੇ ਸਾਰੇ ਕੌੜੇ ਲੱਗਦੇ, ਮਾਇਆ ਦੇ ਪਦਾਰਥ ਸਾਰੇ ਕੌੜੇ ਲੱਗਦੇ। ਦਿਸਨ ਸਭੇ ਸ਼ਾਰ, ਇਵੇਂ ਪ੍ਰਤੀਤ ਹੁੰਦਾ ਜਿਵੇਂ ਇਹ ਸਵਾਹ ਦੀ ਢੇਰੀ ਹੈ, ਸਾਰਾ ਕੁਝ ਸਵਾਹ ਹੀ ਨਜ਼ਰ ਆਉਂਦੀ। ਜਿਵੇਂ ਆਪਾਂ ਸ੍ਰੀ ਸੁਖਮਨੀ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਸਤਿਗੁਰੂ ਜੀਆਂ ਦਾ ਸ਼ਲੋਕ ਪੜ੍ਹਦੇ ਨਾ, ਹਜੂਰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ, ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ। ਕਹਿੰਦੇ ਕੁਝ ਵੀ ਨਾਲ ਨਹੀਂ ਜਾਣਾ। ਇਹ ਜਿਹੜੀ ਵਿਖਿਆ ਰੂਪੀ ਮਾਇਆ ਹੈ ਨਾ, ਇਹ ਇੱਕ ਸਵਾਹ ਦੀ ਢੇਰੀ ਹੈ। ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਕਹਿੰਦੇ ਧਨ ਕੀ ਹੈ? ਆਪਾਂ ਦੁਨਿਆਵੀ ਧਨ ਨੂੰ ਇਕੱਠਾ ਕਰਦੇ, ਪਰ ਉਸ ਸਤਿਗੁਰੂ ਜੀਆਂ ਦੇ ਨਾਮ ਧਨ ਨੂੰ ਕਦੇ ਇਕੱਠਾ ਨਹੀਂ ਕੀਤਾ, ਜਿਨੇ ਸਾਡਾ ਇਸ ਲੋਕ ਔਰ ਪਰਲੋਕ ਦੇ ਅੰਦਰ ਸਹਾਇਤਾ ਕਰਨੀ, ਸਾਥ ਦੇਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ, ਇੱਕ ਦਾ ਤੈਨੂੰ ਓਟ ਆਸਰਾ ਹੋਣਾ ਚਾਹੀਦਾ ਹੈ। ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ। ਜਦੋਂ ਇੱਕ ਦਾ ਓਟ ਆਸਰਾ ਤੱਕ ਲਵੇਂਗਾ ਨਾ, ਜਦੋਂ ਤੇਰੇ ਅੰਦਰ ਇਹ ਰਹਿਮਤ ਆ ਜਾਵੇ, ਬਖਸ਼ਿਸ਼ ਹੋ ਜਾਵੇਗੀ। ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਜਦੋਂ ਤੇਰੇ ਅੰਦਰ ਦੋ ਪੱਖੀ ਤੇਰਾ ਮਨ ਹਟ ਕਰਕੇ ਸਿਰਫ ਇੱਕ ਨੂੰ ਯਾਦ ਰੱਖੇਗਾ, ਔਰ ਦੁਬਦਾ ਨਾ ਪੜਾਓ, ਹਰ ਬਿਨ ਹੋਰ ਨਾ ਪੂਜਾਓ, ਮੜੈ ਮਸਾਨ ਨਾ ਜਾਈ। ਤੂੰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਛੱਡ ਕਰਕੇ ਹੋਰ ਨਾ ਕਿਤੇ ਥਾਵਾਂ ਤੇ ਜਾ ਕਰਕੇ ਭੜਕੇਗਾ ਨਹੀਂ ਨਾ, ਫਿਰ ਸਤਿਗੁਰੂ ਬਚਨ ਕਰਦੇ, ਤੈਨੂੰ ਮਾਇਆ ਸਾਰੀ ਮਿੱਟੀ ਦੀ ਢੇਰੀ ਲੱਗੇਗੀ। ਕਿਉਂਕਿ ਪਰਮਾਤਮਾ ਹੀ ਨਦਰ ਕਰੇ ਤਾਂ ਬਚਿਆ ਜਾ ਸਕਦਾ ਹੈ, ਪਰਮਾਤਮਾ ਰਹਿਮਤ ਕਰੇ ਤਾਂ ਇਸ ਮਾਇਆ ਤੋਂ ਬਚਾਅ ਹੋ ਸਕਦਾ ਹੈ। ਨਹੀਂ ਤੇ ਇਹ ਜਿਹੜੀ ਮਾਇਆ ਤੇ ਸਤਿਗੁਰੂ ਜੀਆਂ ਨੇ ਕਿਹਾ ਮੋਹਣੀ ਹੈ, ਜਿਨੇ ਦੰਦਾਂ ਤੋਂ ਬਗੈਰ ਹੀ ਸਾਰੇ ਜਗਤ ਨੂੰ ਖਾਧਾ ਹੋਇਆ। ਇਸ ਕਰਕੇ ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਅੱਗੇ ਮਹਾਰਾਜ ਕਿਰਪਾ ਕਰਦੇ, ਉਸ ਹਰੀ ਨਾਮ ਪਰਮਾਤਮਾ ਵਾਹਿਗੁਰੂ ਜੀਆਂ ਦੀ ਅੰਮ੍ਰਿਤ ਰੂਪੀ ਜਿਹੜੀ ਬੂੰਦ ਹੈ, ਸ਼ਬਦ ਦੀ ਬੂੰਦ, ਉਹ ਸੁਹਾਵਣੀ ਹੈ, ਸੋਹਣੀ ਹੈ। ਕਿਉਂਕਿ ਸੰਸਾਰ ਦੇ ਅੰਦਰ ਮਨੁੱਖ ਜਿਹੜਾ ਆਇਆ ਕਾਹਦੇ ਵਾਸਤੇ ਆਇਆ? ਇਸ ਨਾਮ ਜਲ ਨੂੰ ਪ੍ਰਾਪਤ ਕਰਨ ਵਾਸਤੇ। ਤੇ ਜਦੋਂ ਅਸੀਂ ਉਸ ਪਰਮਾਤਮਾ ਵਾਹਿਗੁਰੂ ਜੀਆਂ ਦੇ ਇਸ ਨਾਮ ਨੂੰ ਜਪਣ ਵਾਸਤੇ ਸੰਸਾਰ ਦੇ ਵਿੱਚ ਆਏ ਹਾਂ, ਤੇ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਸਵੇਰ ਤੋਂ ਉੱਠ ਕਰਕੇ ਰਾਤ ਸੌਣ ਵੇਲੇ ਤੱਕ ਕਿੰਨਾ ਕੁ ਪਰਮਾਤਮਾ ਦਾ ਨਾਮ ਜਪਦੇ। ਕੇਵਲ ਤੇ ਕੇਵਲ 2 ਸਮੇਂ ਪਰਮਾਤਮਾ ਨੂੰ ਯਾਦ ਕਰ ਲਈਏ, ਸਤਿਗੁਰੂ ਜੀਆਂ ਦੇ ਹੁਕਮ ਨੂੰ ਮੰਨ ਕਰਕੇ। ਬਾਕੀ ਤੇ ਸਤਿਗੁਰੂ ਜੀਆਂ ਦਾ ਉਪਦੇਸ਼ ਹੈ ਕਿ ਸਾਸ ਸਾਸ ਸਿਮਰੋ ਗੋਬਿੰਦ, ਕਿ ਸਵਾਸ ਸਵਾਸ ਪਰਮਾਤਮਾ ਦਾ ਨਾਮ ਧਿਆਉਣਾ ਹੈ। ਕਿਉਂਕਿ ਜੋ ਨਾ ਸੁਣੇ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਣ ਤੇ ਮੰਦਾ। ਜਿਹੜਾ ਪਰਮਾਤਮਾ ਦਾ ਜਸ ਨਹੀਂ ਸਰਵਣ ਕਰਦਾ, ਪਰਮਾਤਮਾ ਦੀ ਵਡਿਆਈ ਨਹੀਂ ਕਰਦਾ,
ਪਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦਾ, ਉਹ ਤੇ ਸਤਿਗੁਰ ਕਹਿੰਦੇ ਪਸ਼ੂਆਂ ਦੇ ਨਾਲੋਂ ਭੈੜਾ ਹੈ। ਕਿਉਂਕਿ ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਜਿੰਨਾ ਤੱਕ ਸੰਸਾਰ ਦੇ ਵਿੱਚ ਰਹਿਣਾ ਹੈ ਨਾ ਜੀਵ ਨੇ, ਉਹਨਾਂ ਤੱਕ ਪਰਮਾਤਮਾ ਦਾ ਨਾਮ ਜਿਹੜਾ ਹੈ ਕੰਨਾਂ ਦੇ ਨਾਲ ਸੁਣਨਾ ਵੀ ਹੈ ਤੇ ਜੀਭਾ ਦੇ ਨਾਲ ਪਰਮਾਤਮਾ ਦਾ ਨਾਮ ਉਚਾਰਨ ਵੀ ਕਰਨਾ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਉਸ ਪਰਮਾਤਮਾ ਦੀ ਅੰਮ੍ਰਿਤ ਰੂਪੀ ਬੂੰਦ, ਕਿਉਂਕਿ ਸਤਿਗੁਰੂ ਜੀ ਅੰਮ੍ਰਿਤ ਦਾ ਸਾਗਰ ਨੇ। ਸਾਧ ਸੰਗਤ ਜੀ, ਸਾਗਰ ਨੂੰ ਕਦੀ ਤੋਲਿਆ ਮਿਣਿਆ ਨਹੀਂ ਜਾ ਸਕਦਾ, ਉਹਦੀ ਡੂੰਘਾਈ ਦਾ ਮਾਪ ਨਹੀਂ ਕੀਤਾ ਜਾ ਸਕਦਾ। ਤੇ ਇੱਕ ਬੂੰਦ ਮੰਗੀ ਹੈ ਸਤਿਗੁਰੂ ਜੀਆਂ ਨੇ ਸਾਗਰ ਦੇ ਵਿੱਚੋਂ। ਆਪਾਂ ਇਹ ਸਮਝ ਲਈਏ ਕਿ ਬੂੰਦ ਕਿੰਨੀ ਕੁ ਹੁੰਦੀ ਹੈ, ਪਰ ਉਹ ਬੂੰਦ ਜਿਹੜੀ ਜੀਵ ਦੇ ਮੁਖ ਦੇ ਵਿੱਚ ਪੈ ਜਾਵੇ ਨਾ, ਇਹਦੇ ਸਾਰੇ ਕਸ਼ਟ ਔਰ ਕਰੋੜਾਂ ਜਨਮਾਂ ਦੇ ਪਾਪ ਜਿਹੜੇ ਉਹ ਨਾਸ ਹੋ ਜਾਂਦੇ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਤੇ ਸਾਨੂੰ ਸਮਝ ਕਿਵੇਂ ਆਵੇ, ਸੂਝ ਮਤ ਕਿਵੇਂ ਆਵੇ ਕਿ ਇਹਨੂੰ ਅਸੀਂ ਪ੍ਰਾਪਤ ਕਰਨਾ ਹੈ। ਕਿਉਂਕਿ ਜਿਸ ਜਲ ਨਿਧ ਕਾਰਨ ਹਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡਹੁ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਕਿਉਂਕਿ ਦੁਬਿਧਾ ਦੇ ਵਿੱਚ ਪੈ ਕਰਕੇ ਕੋਈ ਹੱਲ ਨਹੀਂ ਨਾ। ਤੇ ਜੇਕਰ ਸੱਚੇ ਪ੍ਰਮਾਤਮਾ ਦੇ ਨਾਲ ਜੁੜਾਂਗੇ, ਜਾਂ ਜਿਹੜੇ ਪਿਆਰੇ ਸੰਤ ਜਨ ਸਾਧ ਜਨ ਪ੍ਰਮਾਤਮਾ ਦੇ ਨਾਲ ਜੁੜੇ ਨੇ, ਉਹਨਾਂ ਦੀ ਸੰਗਤ ਕਰਾਂਗੇ ਮਿਲ ਸਾਧੂ ਪੀਵਣ ਹਾਰ। ਉਹਨਾਂ ਦੀ ਸੰਗਤ ਵਿੱਚ ਜਾ ਕਰਕੇ ਇਹ ਅੰਮ੍ਰਿਤ ਬੂੰਦ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਸੰਗਤ ਬਾਰੇ ਅਥਾਹ ਸਤਿਗੁਰੂ ਜੀਆਂ ਨੇ ਬਖਸ਼ਿਸ਼ਾਂ ਕੀਤੀਆਂ ਕਿ ਭਾਈ ਸਿੱਖਾ, ਕਦੀ ਉਹਨਾਂ ਸਾਖਤਾਂ ਦੀ ਸੰਗਤ ਨਾ ਕਰੀ ਜਿਹੜੇ ਪਰਮਾਤਮਾ ਦੇ ਨਾਮ ਤੋਂ ਹੀਣੇ ਨੇ, ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ, ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਨੇ। ਸੰਗਤ ਕਰੀ ਉਹਨਾਂ ਭਲਿਆਂ ਸਾਧੂਆਂ ਦੀ, ਸੰਤਾਂ ਦੀ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਔਰ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿੰਦੇ। ਕਬੀਰ ਸਾਖਤ ਸਾਗ ਨਾ ਕੀਜੀਐ। ਸਤਿਗੁਰੂ ਜੀਆਂ ਨੇ ਇਹ ਬਖਸ਼ਿਸ਼ ਕੀਤੀ ਭਗਤ ਕਬੀਰ ਜੀਆਂ ਨੇ। ਕਦੀ ਵੀ ਸਾਖਤ ਦੀ ਸੰਗਤ ਨਹੀਂ ਕਰਨੀ। ਤੇ ਸੰਗਤ ਕਾਦੀ ਕਰਨੀ? ਕਬੀਰ ਸਾਧੂ ਕੀ ਸੰਗਤ ਰਹੋ, ਕਬੀਰ ਸੰਗਤ ਸਾਧ ਕੀ। ਬਾਰ-ਬਾਰ ਸਤਿਗੁਰੂ ਜੀਆਂ ਨੇ ਸਾਧ ਉਹ ਹੈ ਸਾਧ ਸੰਗਤ ਜਿਨ੍ਹੇ ਆਪਣੇ ਮਨ ਨੂੰ ਸਾਧਿਆ, ਜਿਨ੍ਹੇ ਆਪਣੇ ਮਨ ਨੂੰ ਸਾਧ ਕਰਕੇ ਆਪਣਾ ਆਪ ਪਰਮੇਸ਼ਵਰ ਦੇ ਅੱਗੇ ਅਰਪਣ ਕੀਤਾ, ਭੇਟ ਕੀਤਾ ਹੈ। ਸਤਿਗੁਰੂ ਕਹਿੰਦੇ ਉਹਨਾਂ ਦੀ ਸੰਗਤ ਕਰੇਗਾ ਨਾ, ਉਹਨਾਂ ਦੀ ਸੰਗਤ ਤੇਰਾ ਜੀਵਨ ਸੁਹਾਵਣਾ ਬਣਾ ਦੇਵੇਗੀ। ਤੇ ਹਰ ਅੰਮ੍ਰਿਤ ਬੂੰਦ ਸੁਹਾਵਣੀ, ਜਿਹੜੀ ਉਸ ਪਰਮਾਤਮਾ ਦੀ ਅੰਮ੍ਰਿਤ ਰੂਪੀ ਬੂੰਦ ਹੈ ਨਾ, ਬਖਸ਼ਿਸ਼ਾਂ ਰੂਪੀ ਬੂੰਦ, ਉਹ ਤੇਰੇ ਮੁਖ ਦੇ ਵਿੱਚ ਪੈ ਜਾਵੇਗੀ। ਫਿਰ ਕੀ ਹੁੰਦਾ ਹੈ, ਕੀ ਬਖਸ਼ਿਸ਼ ਸਤਿਗੁਰੂ ਅੱਗੇ ਕਰਦੇ? ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਹੁਣ ਉਸ ਪਰਮਾਤਮਾ ਵਾਹਿਗੁਰੂ ਜਿਹੜਾ ਸਮਰੱਥ ਹੈ, ਸਰਬ ਕਲਾ ਭਰਪੂਰ, ਪਰਮਾਤਮਾ ਸਾਰੀਆਂ ਹੀ ਸ਼ਕਤੀਆਂ ਦਾ ਮਾਲਕ ਹੈ। ਤੇ ਉਹਦੀ ਨਿਗਾਹ ਦ੍ਰਿਸ਼ਟੀ ਦੇ ਨਾਲ ਵਣ ਤਿੰਨ ਪ੍ਰਭ ਸੰਗ ਮੌਲਿਆ। ਮੌਲਿਆ ਤੋਂ ਭਾਵ ਹੁੰਦਾ ਸਾਧ ਸੰਗਤ ਪ੍ਰਫੁੱਲਤ ਹੋਣਾ। ਸਾਰੀ ਬਨਸਪਤੀ ਜਿਹੜੀ ਉਹ ਪ੍ਰਫੁੱਲਤ ਹੋ ਜਾਂਦੀ। ਬਨਸਪਤੀ ਜਿਹੜਾ ਉਹ ਜੀਵ ਦਾ ਸਰੀਰ ਰੂਪੀ ਘਰ ਹੈ। ਤੇ ਜਦੋਂ ਪਰਮਾਤਮਾ ਦਾ ਸ਼ਬਦ ਵਸਦਾ ਹੈ, ਉਹ ਸਮਰੱਥ ਸਤਿਗੁਰੂ ਰਹਿਮਤ ਕਰਦਾ ਹੈ। ਜਿਹੜਾ ਅਗਮ ਅਥਾਹ ਅਪਾਰ ਹੈ ਨਾ, ਉਹ ਰਹਿਮਤ ਕਰ ਦੇਵੇ। ਤੇ ਇਸ ਸਰੀਰ ਰੂਪੀ ਜਿਹੜੀ ਬਨਸਪਤੀ ਇਹ ਵੀ ਹਰੀ ਭਰੀ ਔਰ ਪ੍ਰਫੁੱਲਤ ਹੋ ਜਾਂਦੀ ਹੈ। ਸਤਿਗੁਰੂ ਅੱਗੇ ਬੇਨਤੀ ਕਰਦੇ, ਹਰ ਮਿਲਣਾ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਜਦੋਂ ਐਸੀ ਬਖਸ਼ਿਸ਼ ਹੋ ਜਾਵੇ ਨਾ, ਫਿਰ ਨਦਰ ਦ੍ਰਿਸ਼ਟੀ ਕਰਕੇ ਇਹ ਸਮਝਾਉਣਾ ਕਰਦੇ, ਉਹਨਾਂ ਗੁਰਮੁਖਾਂ ਦੀ ਅਵਸਥਾ ਨੂੰ ਬਿਆਨ ਕਰਦੇ ਕਿ ਹਰ ਮਿਲਣਾ ਨੋ ਮਨ ਲੋਚਦਾ। ਕਿਉਂਕਿ ਜਦੋਂ ਇੱਕ ਨੂੰ ਸਮਰਪਿਤ ਹੋ ਜਾਈਏ, ਇੱਕ ਦੇ ਅੰਦਰ, ਇੱਕ ਦੇ ਅਗਾਂਹ ਵਾਸਤੇ, ਵਧਾਊ ਵਾਸਤੇ ਆਪਾਂ ਕਹਿ ਲਈਏ, ਕਦਮ ਚੁੱਕੀਏ ਕਿ ਇੱਕੋ ਹੀ ਹੈ, ਇੱਕ ਤੋਂ ਇਲਾਵਾ ਹੋਰ ਕੋਈ ਮੇਰਾ ਆਸਰਾ ਨਹੀਂ। ਜੇ ਮੈਨੂੰ ਦੁੱਖ ਦਿੱਤਾ ਹੈ, ਸੁੱਖ ਦਿੱਤਾ ਹੈ, ਉਹਦੇ ਭਾਣੇ ਦੇ ਵਿੱਚ ਹੈ। ਕਿਉਂਕਿ ਸਾਧ ਸੰਗਤ ਇਹ ਥੋੜ੍ਹੀ ਹੈ ਕਿ ਜਿਹਨੂੰ ਅਸੀਂ ਗੁਰੂ ਮੰਨਦੇ, ਜੇ ਉਹ ਸੁੱਖ ਦੇਵੇ ਤਾਂ ਹੀ ਉਹ ਸਾਡਾ ਗੁਰੂ ਹੈ। ਜੇਕਰ ਕੋਈ ਕਸ਼ਟ ਆ ਜਾਵੇ ਤੇ ਉਹਨੂੰ ਅਸੀਂ ਵਿਸਾਰ ਕਰਕੇ ਹੋਰਨਾਂ ਦੇ ਡੇਰਿਆਂ ਦੇ ਉੱਪਰ, ਹੋਰਨਾਂ ਮੜੀਆਂ ਮਸਾਣਾਂ ਦੇ ਉੱਪਰ ਜਾ ਕਰਕੇ ਦੀਵੇ ਬਾਲਦੇ ਫਿਰੀਏ। ਉਸ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਸਤਿਗੁਰੂ ਜੀਆਂ ਦੀ ਪਾਵਨ ਰਸਨਾ ਤੋਂ ਇਹ ਸ਼ਬਦ ਹੈ ਕਿ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਤੇ ਮੜੇ ਮਸਾਨ ਨਾ ਜਾਏ। ਸਤਿਗੁਰੂ ਕਹਿੰਦੇ ਹੋਰ ਕਿਤੇ ਜੀਵ ਨੇ ਭੜਕਣਾ ਨਹੀਂ ਫਿਰਨਾ, ਹੋਰ ਕਿਤੇ ਪਰਮਾਤਮਾ ਦੇ ਦਰ ਨੂੰ ਛੱਡ ਕਰਕੇ ਨਹੀਂ ਜਾਣਾ। ਕਿਉਂਕਿ ਸਾਧ ਸੰਗਤ ਜੀ ਆਪਾਂ ਦੇਖਦੇ ਆ ਨਾ,
ਆਪਣੇ ਘਰਾਂ ਦੇ ਵਿੱਚ ਕੋਈ ਭਿਖਾਰੀ ਆ ਜਾਵੇ ਨਾ, ਮੰਗਣ ਵਾਲਾ ਮੰਗਤਾ, ਉਹ ਆਪਾਂ ਨੂੰ ਮਾਲਕ ਸਮਝਦਾ ਹੈ ਤੇ ਉਹ ਇੰਨੀ ਬਿਰਤੀ ਰੱਖ ਕਰਕੇ ਆਇਆ ਹੁੰਦਾ ਹੈ, ਇੰਨੀ ਸ਼ਰਧਾ ਰੱਖ ਕਰਕੇ ਆਇਆ ਹੁੰਦਾ ਹੈ ਕਿ ਮੈਂ ਹੁਣ ਕੁਝ ਨਾ ਕੁਝ ਪ੍ਰਾਪਤ ਕਰਕੇ ਜਾਣਾ ਹੈ। ਉਹ ਇੱਕ ਦੋ ਆਵਾਜ਼ਾਂ ਮਾਰਦਾ ਹੈ, ਆਪਾਂ ਕਹਿ ਦਿੰਦੇ ਨਹੀਂ ਭਾਈ ਚਲਿਆ ਜਾ, ਅਗਾਂਹ ਚਲਿਆ ਜਾ, ਪਰ ਉਹਨੂੰ ਆਸ ਹੁੰਦੀ ਹੈ, ਉਹਨੇ ਆਪਾਂ ਨੂੰ ਮਾਲਕ ਸਮਝਿਆ ਹੁੰਦਾ ਹੈ। ਉਹ ਸਮਝਦਾ ਮੈਨੂੰ ਇੱਥੋਂ ਹੀ ਭੋਜਨ ਮਿਲਣਾ, ਕੁਝ ਮੈਨੂੰ ਇੱਥੋਂ ਹੀ ਮੁਰਾਦ ਮਿਲਣੀ ਹੈ। ਤੇ ਉਹ ਜਦੋਂ ਵਾਰ-ਵਾਰ ਖੜ ਕੇ ਪੁਕਾਰਾਂ ਕਰਦਾ ਹੈ, ਫਿਰ ਸਾਡਾ ਵੀ ਮਨ ਪਿਘਲ ਜਾਂਦਾ ਹੈ ਨਾ ਕਿ ਨਹੀਂ ਭਾਈ ਇਹਨੂੰ ਕੁਝ ਦੇ ਦਿਓ ਤੇ ਅਗਾਂਹ ਜਾਣ ਵਾਲਾ ਬਣੇ। ਇਸੇ ਤਰ੍ਹਾਂ ਆਪਾਂ ਗੁਰੂ ਦੇ ਘਰ ਦੇ ਮੰਗਤੇ ਹਾਂ। ਹਮ ਭੀਖਕ ਭਿਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਵ ਮੰਗਤ ਜਾਨ ਕਉ। ਤੇ ਮੰਗਣਾ ਕੀ ਹੈ? ਮੰਗਣਾ ਤਾਂ ਸੱਚ ਮੰਗ। ਉਸ ਦਰ ਦੇ ਭਿਖਾਰੀ ਬਣੀਏ, ਕਿਉਂਕਿ ਕੂੜ ਛੋੜ ਸਾਚੇ ਕੋ ਧਾਵਹੁ, ਜੋ ਇੱਛੋ ਸੋਈ ਫਲ ਪਾਵੋ। ਜੋ ਕੁਝ ਤੇਰੇ ਮਨ ਦੇ ਅੰਦਰ ਹੈ ਉਹ ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ, ਗੁਰੂ ਰਾਮਦਾਸ ਜੀਆਂ ਦੇ ਘਰ ਦੇ ਵਿੱਚੋਂ ਤੇਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ, ਪਰ ਸਾਧ ਸੰਗਤ ਜੀ ਸਾਡੀ ਓਨੀ ਸ਼ਰਧਾ ਨਹੀਂ ਬਣਦੀ। ਜੇ ਅਸੀਂ ਕਹੀਏ ਨਾ ਸਾਨੂੰ ਇਹ ਵਸਤੂ ਧਨ ਪ੍ਰਾਪਤ ਨਹੀਂ ਹੋਇਆ, ਸਾਨੀ ਉਹਨਾਂ ਲੋਚਾ ਨਹੀਂ ਬਣਦੀ। ਸਾਧ ਸੰਗਤ ਮੈਂ ਬੇਨਤੀ ਕਰਦਾ ਹੁੰਦਾ ਆਪਣੇ ਮਨ ਦੀ ਅਵਸਥਾ ਦੱਸ ਕਰਕੇ ਕਿ ਜਦੋਂ ਸਾਨੂੰ ਕੋਈ ਦੁੱਖ ਆਉਂਦਾ ਹੈ ਨਾ, ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਉਦੋਂ ਗੁਰੂ ਦੇ ਸਾਹਮਣੇ ਹੋ ਕਰਕੇ ਅਸੀਂ ਇੰਨੀ ਨਿਮਰਤਾ ਦੇ ਨਾਲ, ਇੰਨੇ ਵਿਰਾਗ ਦੇ ਵਿੱਚ ਆਣ ਕਰਕੇ ਬੇਨਤੀ ਕਰਦੇ ਹਾਂ ਨਾ ਕਿ ਗੁਰੂ ਦਾ ਵੀ ਹਿਰਦਾ ਜਿਹੜਾ ਉਹ ਪਿਘਲ ਜਾਂਦਾ। ਗੁਰੂ ਵੀ ਕਹਿੰਦਾ ਹੈ ਕਿ ਇਸ ਨੂੰ ਇਹ ਦੁੱਖ ਜਿਹੜਾ ਝੱਲਿਆ ਨਹੀਂ ਜਾਂਦਾ, ਮੁਸੀਬਤ ਜਿਹੜੀ ਜਾਂ ਸਾਨੂੰ ਕੁਝ ਪ੍ਰਾਪਤੀ ਵਾਸਤੇ। ਤੇ ਜਦੋਂ ਸਾਧ ਸੰਗਤ ਜੀ ਸੁੱਖ ਆ ਜਾਂਦਾ ਹੈ, ਉਹ ਜਿਹੜੀ ਸਾਡੀ ਅਰਦਾਸ ਕਰਨ ਦੀ ਅਵਸਥਾ ਉਹ ਬਦਲ ਜਾਂਦੀ, ਤਬਦੀਲ ਹੋ ਜਾਂਦੀ ਹੈ। ਕਿਉਂਕਿ ਦੁੱਖ ਦੇ ਅੰਦਰ ਕੀਤੀ ਗਈ ਜਿਹੜੀ ਭਗਤੀ ਹੈ ਨਾ ਸਾਧ ਸੰਗਤ ਜੀ, ਜਿਹੜਾ ਨੇਮ ਹੈ, ਉਹਨੂੰ ਪਰਮਾਤਮਾ ਜਿਹੜਾ ਭਗਤੀ ਨਹੀਂ ਮੰਨਦਾ। ਸੁੱਖ ਦੇ ਅੰਦਰ ਕੀਤੀ ਗਈ ਪਰਮਾਤਮਾ ਨੂੰ ਜਪਿਆ ਗਿਆ ਤਿਨਕਾ ਮਾਤਰ ਵੀ ਉਹ ਭਗਤੀ ਹੈ। ਕਿਉਂਕਿ ਸੁੱਖ ਦੇ ਵਿੱਚ ਸਾਰੇ ਪਰਮਾਤਮਾ ਨੂੰ ਵਿਸਾਰਦੇ ਨੇ, ਦੁੱਖ ਦੇ ਵਿੱਚ ਤੇ ਹਰ ਕੋਈ ਮਨੋਰਥ ਦੇ ਵਾਸਤੇ ਜਿਹੜਾ ਪਰਮਾਤਮਾ ਨੂੰ ਯਾਦ ਕਰਦਾ। ਇਸ ਕਰਕੇ ਭਾਵੇਂ ਦੁੱਖ ਹੋਵੇ, ਜੇ ਦੁੱਖ ਦੇ ਤਾਂ ਤੁਝੇ ਅਰਾਧੀ, ਸੁਖ ਪੀ ਤੁਝੇ ਧਿਆਈ। ਜੇ ਦੁੱਖ ਦੇ ਤਾਂ ਤੁਝੇ ਅਰਾਧੀ, ਸੁਖ ਪੀ ਤੁਝੇ ਧਿਆਈ। ਸਤਿਗੁਰੂ ਜੀ ਦੀਆਂ ਇਹ ਅਵਸਥਾਵਾਂ ਨੇ ਨਾ, ਦੁੱਖ ਸੁੱਖ ਦੋਏ ਦਰ ਕੱਪਰੇ, ਪਹਿਰੇ ਜਾਏ ਮਨੁੱਖ। ਇਸ ਕਰਕੇ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕਰਕੇ ਰਹਿਣਾ, ਉਹਦੇ ਦਰ ਦੇ ਭਿਖਾਰੀ ਬਣ ਕਰਕੇ ਰਹਿਣਾ। ਜੋ ਮਰਜ਼ੀ ਹੋ ਜਾਵੇ, ਉਸ ਸਤਿਗੁਰੂ ਜੀਆਂ ਦੇ ਦਰ ਦੇ ਉੱਪਰ ਉਸ ਮਾਲਕ ਦਾ ਕਦੇ ਵੀ ਪੱਲਾ ਨਹੀਂ ਛੱਡਣਾ। ਸਤਿਗੁਰੂ ਅੱਗੇ ਬੇਨਤੀ ਕਰਦੇ, ਹਰ ਮਿਲਣਾ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਉਸ ਪਰਮਾਤਮਾ ਦੇ ਦਰਸ਼ਨਾਂ ਦੀ ਫਿਰ ਤਰਾਂਗ ਉੱਠਦੀ ਸਾਧ ਸੰਗਤ ਜੀ। ਜਦੋਂ ਅਸੀਂ ਨਾਮ ਜਪਦੇ ਆ ਨਾ, ਅਵਸਥਾ ਜਿਵੇਂ ਦੁਨਿਆਵੀ ਸਕੂਲਾਂ ਦੇ ਅੰਦਰ ਬੱਚਿਆਂ ਦੀਆਂ ਕਲਾਸਾਂ ਨੇ ਨਾ, ਇੱਕ ਲੈਵਲ ਤੋਂ ਬੱਚਾ ਅਗਾਂਹ ਜਾਂਦਾ ਹੈ, ਹੌਲੀ ਹੌਲੀ ਅਗਾਂਹ ਚੱਲਦਾ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੀਆਂ 20 ਕਲਾਸਾਂ ਨੇ ਗੁਰਮਤਿ ਅਨੁਸਾਰ। ਜਦੋਂ ਦਾਖਲਾ ਲੈਂਦਾ ਹੈ ਨਾ ਇਸ ਸਿੱਖੀ ਸਕੂਲ ਦੇ ਅੰਦਰ, ਹੌਲੀ ਹੌਲੀ ਅਵਸਥਾ ਉੱਚੀ ਉੱਠਦੀ ਹੈ। ਉੱਚੀ ਉੱਠ ਕਰਕੇ ਅਵਸਥਾ ਮਾਇਆ ਦੇ ਗੁਣਾਂ ਤੋਂ ਪਰੇ ਹੋ ਕਰਕੇ ਅਗਾਂਹ ਵੱਧ ਕਰਕੇ ਤੁਰਿਆ ਅਵਸਥਾ ਪਦ ਦੀ ਜਦੋਂ ਪ੍ਰਾਪਤੀ ਹੁੰਦੀ, ਪਰਮਾਤਮਾ ਦੇ ਘਰ ਦਾ ਰਸਤਾ ਜਿਹੜਾ ਉਹ ਸਾਹਮਣੇ ਦਿਖਣ ਲੱਗ ਜਾਂਦਾ। ਤੇ ਫਿਰ ਕੀ ਹੁੰਦਾ? ਹਰ ਮਿਲਣਾ ਨੋ ਮਨ ਲੋਚਦਾ। ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਗੁਰਬਚਨ ਨੇ ਨਾ ਬਾਣੀ ਦੇ ਅੰਦਰ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸਤਿਗੁਰੂ ਜੀ ਤੇਰੇ ਦਰਸ਼ਨਾਂ ਨੂੰ ਗੁਰਮੁਖ ਪਿਆਰੇ ਜਿਹੜੇ ਤਰਸਦੇ ਨੇ, ਆਪਣਾ ਦਰਸ਼ਨਾਂ ਦੇ ਕਰਕੇ ਅੰਮ੍ਰਿਤ ਵੇਲੇ ਹਾਜ਼ਰੀ ਭਰ ਰਹੇ ਆ ਨਾ, ਜਿਨ੍ਹਾਂ ਦੇ ਤਰਾਂਗ ਸੀ ਦਰਸ਼ਨ ਕਰਨ ਦੀ, ਉਹੀ ਉੱਠ ਕਰਕੇ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਆਉਂਦੇ ਨੇ। ਤੇ ਜਿਨ੍ਹਾਂ ਨੂੰ ਕੋਈ ਡਰ ਨਹੀਂ, ਕੋਈ ਭੈ ਨਹੀਂ, ਕੋਈ ਸਤਿਕਾਰ ਨਹੀਂ ਕਿ ਅੱਜ ਮਹੀਨਾ ਵੀ ਪ੍ਰਾਰੰਭ ਹੋਇਆ ਹੈ, ਕਮ ਸੇ ਕਮ ਅੱਜ ਹੀ ਜਾ ਆਈਏ। ਪਰ ਨਹੀਂ ਸਾਧ ਸੰਗਤ ਜੀ, ਉਹਨਾਂ ਦੀ ਇਹ ਲੋਚਾ ਨਹੀਂ, ਉਹਨਾਂ ਦਾ ਖਿਆਲ ਆਪਣੇ ਧੰਦਿਆਂ ਦੇ ਵਿੱਚ, ਮਾਇਆ ਦੇ ਵਿੱਚ ਹੈ। ਸਾਧ ਸੰਗਤ ਜੀ ਮਨੁੱਖ ਕਾਰੋਬਾਰ ਜ਼ਰੂਰ ਕਰਦਾ ਹੈ, ਪਰ ਨਾਲ ਦੀ ਨਾਲ ਉਹਨੂੰ ਪਰਮਾਤਮਾ ਦਾ ਨਾਮ ਵੀ ਜ਼ਰੂਰ ਯਾਦ ਹੋਣਾ ਚਾਹੀਦਾ ਹੈ। ਉਸ ਕਾਰਜ ਦੇ ਵਿੱਚ ਵੀ ਫਿਰ ਸਤਿਗੁਰੂ ਜੀ ਸਹਾਇਤਾ ਕਰਦੇ, ਸਫਲਤਾ ਕਰਦੇ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਸਤਿਗੁਰੂ ਬੇਨਤੀ ਕਰਦੇ, ਹਰ ਮਿਲਨ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਹੁਣ ਸਾਧ ਸੰਗਤ ਕਰਮੀ ਆਪੋ ਆਪਣੀ, ਕੇ ਨੇੜਾ ਕੈ ਦੂਰ। ਕਰਮਾਂ ਹੋਣ ਆਪੇ ਮੇਲ
कराएंदा प्यारा। ਉਹ परमात्मा वाहिगुरु आप ही फिर मेल करवा दिंदा है। गुरु समर्थ के चरणों के नाल जुड़ जाइए, वो आप ही दर्शन दे दिंदा है और करवा दिंदा है। जिन्नी सखिए प्रभ पाया, हाउ तिनकै साध बलहार। जिन्नी सखिए प्रभ पाया, जिन्हां ने सखियां ने, वो जीव इस्त्रियां ने परमात्मा नूं पाया है ना, परमात्मा नूं अपना समझिया है। सतगुरु कहते हाउ तिनकै साध बलहार। सतगुरु कहते मैं उन्हां तो वारने जाना है, बलहारने जाना है। जिहड़े परमात्मा दा नाम जपदे ने, वो बलहार जोग भाव हुंदा है कि उन्हां नूं बलहार जाना, सदके जाना। जिन्हां ने नाम जपिया ना, बलहारी तिन्हां गुरसिखां जो हर जप उठ बहांदे। बलहारी तिन्हां गुरसिखां अमृत वेले सर ना वंदे। ਜਿਹੜੇ ਉੱਠ ਕਰਕੇ ਪ੍ਰੇਮ ਦੇ ਵਿੱਚ ਰੰਗੇ ਜਾਣ, ਜਿਹੜੇ ਸਤਿਗੁਰੂ ਜੀਆਂ ਦਾ ਹੁਕਮ ਮੰਨ ਲੈਣ। ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਬਲਹਾਰੇ ਜਾਣਾ, ਸਦਕੇ ਜਾਣਾ। ਨਾਨਕ ਹਰਿ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਗੁਰੂ ਨਾਨਕ ਦੇਵ ਮਹਾਰਾਜ ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਦੇ, ਇਹ ਸਾਡੇ ਜੀਵਾਂ ਦੇ ਉੱਪਰ ਦਇਆ ਕਰੋ ਸਤਿਗੁਰੂ, ਰਹਿਮਤਾਂ ਕਰੋ, ਬਖਸ਼ਿਸ਼ਾਂ ਕਰੋ। ਕਿਹੜੀਆਂ? ਕਰ ਸ਼ਬਦ ਸਵਾਰਨ ਹਾਰ। ਅਸੀਂ ਸ਼ਬਦ ਦੇ ਵਿੱਚ ਜੁੜ ਕਰਕੇ ਨਾ ਆਪਣਾ ਆਪ ਸਵਾਰ ਲਈਏ, ਸ਼ਬਦ ਦੇ ਵਿੱਚ ਜੁੜ ਕਰਕੇ ਆਪਣੇ ਆਪ ਨੂੰ ਸਵਾਰ ਲਈਏ। ਤੇ ਫਿਰ ਕੀ ਹੋਵੇਗਾ? ਇਹ ਜਿਹੜਾ ਮਹੀਨਾ ਪ੍ਰਾਰੰਭ ਹੋਇਆ ਹੈ, ਸਾਵਣ ਤਿੰਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਸਤਿਗੁਰ ਕਹਿੰਦੇ ਸਾਉਣ ਦਾ ਮਹੀਨਾ, ਸਾਵਣ ਦਾ ਮਹੀਨਾ ਕਿਹਨਾਂ ਵਾਸਤੇ ਸੁਹਾਵਣਾ ਹੈ? ਹੁਣ ਇੱਥੇ ਇਹ ਵੀ ਮਹਾਰਾਜ ਜੀ ਨੇ ਕਿਹਾ ਕਿ ਕਈਆਂ ਵਾਸਤੇ ਸੁਹਾਵਣਾ ਹੈ ਤੇ ਕਈਆਂ ਵਾਸਤੇ ਨਹੀਂ। ਇਹੀ ਮਤਲਬ ਹੈ ਨਾ, ਸਾਵਣ ਤਿੰਨਾ ਸੁਹਾਗਣੀ। ਸਤਿਗੁਰ ਕਹਿੰਦੇ ਉਹਨਾਂ ਜੀਵਾਂ ਦੇ ਵਾਸਤੇ ਇਸ ਸਾਵਣ ਦਾ ਮਹੀਨਾ, ਸਾਉਣ ਦਾ ਮਹੀਨਾ ਸੁਹਾਗਣਾ ਹੈ। ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਉਸ ਪਰਮਾਤਮਾ ਵਾਹਿਗੁਰੂ ਜੀਆਂ ਦੇ ਨਾਮ ਨੂੰ ਆਪਣੇ ਕੰਠ ਦੇ ਵਿੱਚ ਇੱਕ ਮਾਲਾ ਲੈ ਕਰਕੇ ਪਰੋਇਆ ਹੋਇਆ, ਆਪਣੇ ਕੰਠ ਦੇ ਵਿੱਚ ਉਰਹਾਰ ਦੇ ਵਾਂਗ ਜਿਵੇਂ ਪਰੋਇਆ ਹੋਇਆ ਹੈ ਨਾ। ਸਤਿਗੁਰੂ ਕਹਿੰਦੇ ਉਸ ਪਰਮਾਤਮਾ ਦੇ ਸ਼ਬਦ ਨੂੰ ਜੁੜ ਮਿਲ ਕਰਕੇ ਆਪਣੇ ਕੰਠ ਦੇ ਵਿੱਚ ਧਾਰਨ ਕਰਕੇ ਜਿਨ੍ਹਾਂ ਨੇ ਹਾਰ ਪਾਇਆ ਸ਼ਬਦ ਰੂਪ ਦਾ, ਸਤਿਗੁਰੂ ਕਹਿੰਦੇ ਉਹਨਾਂ ਵਾਸਤੇ ਇਹ ਸਾਵਣ ਦਾ ਮਹੀਨਾ ਜਿਹੜਾ ਉਹ ਸੁਹਾਗਣਾ। ਉਹਨਾਂ ਵਾਸਤੇ ਇਹ ਮਹੀਨਾ ਹਰ ਇੱਕ ਸਵਾਸ ਜਿਹੜਾ ਹੈ ਨਾ ਉਹ ਚੰਗਾ ਭਲਾ ਸੁਹਾਵਣਾ ਹੈ। ਜਿਨ੍ਹਾਂ ਨੇ ਉਸ ਪਰਮਾਤਮਾ ਦੇ ਰੂਪ ਨੂੰ, ਪਰਮਾਤਮਾ ਦੇ ਸ਼ਬਦ ਨੂੰ ਆਪਣੇ ਕੰਠ ਦੇ ਵਿੱਚ ਵਸਾਇਆ ਹੋਇਆ। ਸਤਿਗੁਰੂ ਜੀ ਬਖਸ਼ਿਸ਼ਾਂ ਕਰਨ, ਰਹਿਮਤਾਂ ਕਰਨ। ਸਾਡੀ ਜ਼ਿੰਦਗੀ ਜਿਹੜੀ ਪਰਮਾਤਮਾ ਨੂੰ ਸਮਰਪਿਤ ਹੋ ਜਾਵੇ, ਸਵਾਸ ਸਵਾਸ ਪਰਮਾਤਮਾ ਦੇ ਲੇਖੇ ਲੱਗ ਜਾਵੇ। ਅਸੀਂ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਤੱਕ ਕਰਕੇ ਨਾ, ਕਿਉਂਕਿ ਗੁਰੂ ਪਾਸ ਹੀ ਅਰਦਾਸ ਕਰਨੀ ਹੈ ਕਿ ਸਤਿਗੁਰੂ, ਕਿਉਂਕਿ ਗੋਹ ਜਗਲ ਜੀ ਕੀ ਕੀਜੈ, ਸਤਿਗੁਰ ਪਾਸ ਤਾਂ ਸਰਬ ਸੁਖ ਪਾਈਐ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਾਰ। ਸਤਿਗੁਰ ਕਹਿੰਦੇ ਆਪਣੇ ਮਨ ਨੂੰ ਤੇ ਤਨ ਨੂੰ ਸੌਂਪ ਕਰਕੇ ਅਰਦਾਸ ਕਰੇ ਗੁਰੂ ਨੂੰ। ਇਹ ਨਹੀਂ ਕਿ ਆਪਾਂ ਅਰਦਾਸ ਕਰੀਏ ਤੇ ਮਨ ਫੇਰ ਬਦਲ ਜਾਵੇ। ਅਰਦਾਸ ਕਰਕੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਤੱਕ ਕੇ ਆਪਣੇ ਦਿਨ ਦੀ ਸ਼ੁਰੂਆਤ ਕਰੀ ਕਿ ਸਤਿਗੁਰੂ ਕਾਰਜ ਵੀ ਤੁਸੀਂ ਕਰਵਾਉਣੇ, ਪਰ ਆਪਣਾ ਨਾਮ ਵੀ ਜਿਹੜਾ ਨਾ ਉਹ ਤੁਸੀਂ ਜਪਾਉਣਾ। ਕਿਉਂਕਿ ਆਰੰਭ ਦੇ ਵਿੱਚ ਜਦੋਂ ਆਪਾਂ ਨਿਤਨੇਮ ਕਰ ਲਈਏ, 2 ਘੜੀਆਂ ਬੈਠ ਕਰਕੇ ਪ੍ਰਮਾਤਮਾ ਨੂੰ ਯਾਦ ਕਰ ਲਈਏ ਨਾ ਸਾਧ ਸੰਗਤ ਜੀ, ਸਾਰਾ ਦਿਨ ਹੀ ਜਿਹੜਾ ਹੈ ਨਾ ਉਹ ਰਾਜਿਆਂ ਮਹਾਰਾਜਿਆਂ ਵਰਗਾ ਪ੍ਰਤੀਤ ਹੁੰਦਾ ਹੈ। ਇਹ ਦਾਸ ਦੀ ਆਪਣੀ ਜਿਹੜੀ ਨਿੱਜੀ ਗੱਲ ਜਿਹਨੂੰ ਕਹਿ ਲਈਏ ਉਹ ਹੈ ਕਿ ਜਿੱਦਣ ਨਿਤਨੇਮ ਨਾ ਕਰੀਏ, ਪਰਮਾਤਮਾ ਦਾ ਨਾਮ ਨਾ ਜਪੀਏ, ਉਦੋਂ ਭਿਖਾਰੀਆਂ ਦੇ ਵਾਂਗ ਸਾਰਾ ਦਿਨ ਨਿਕਲਦਾ ਹੈ। ਇਸ ਕਰਕੇ ਅਤੀ ਉੱਤਮ ਹੈ ਕਿ ਉੱਠ ਕਰਕੇ ਪਰਮਾਤਮਾ ਦਾ ਨਾਮ ਜਪਣਾ, ਸੌਣ ਲੱਗਿਆਂ ਵੀ ਪਰਮਾਤਮਾ ਦਾ ਨਾਮ ਜਪਣਾ, ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਕਰਨਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਕਿਉਂਕਿ ਅਸੀਂ ਪਹਿਲਾਂ ਸਮਿਆਂ ਦੇ ਅੰਦਰ ਕੀ ਹੁੰਦਾ ਸੀ ਕਿ ਕੱਚੀਆਂ ਕੁੱਲੀਆਂ ਹੁੰਦੀਆਂ ਸਨ, ਉਹਨਾਂ ਦੇ ਵਿੱਚ ਬੈਠ ਕਰਕੇ ਨਾਮ ਜਪਿਆ ਜਾਂਦਾ। ਤੇ ਅੱਜ ਕੱਲ੍ਹ ਦੇ ਵੀਰ ਜਾਂ ਭੈਣਾਂ ਕਈ ਵਾਰੀ ਇਹ ਬਚਨ ਕਰ ਦਿੰਦੇ ਕਿ ਜਦੋਂ ਸਾਡਾ ਘਰ ਜਿਹੜਾ ਸੁੰਦਰ ਬਣੇਗਾ, ਪੱਕਾ ਬਣੇਗਾ ਨਾ, ਉਦੋਂ ਬੈਠ ਕਰਕੇ ਨਾਮ ਜਪਾਂਗੇ। ਸਾਧ ਸੰਗਤ ਜੀ, ਜਿਹਨੇ ਆਪਣੀ ਕੱਚੀ ਕੁੱਲੀ ਦੇ ਅੰਦਰ ਬੈਠ ਕਰਕੇ ਨਾਮ ਨਹੀਂ ਨਾ ਜਪਿਆ, ਉਹ ਭਾਵੇਂ ਸੋਨੇ ਦੇ ਮਹਿਲ ਕਿਉਂ ਨਾ ਪਾ ਜਾਵੇ, ਉਸ ਦੇ ਵਿੱਚ ਵੀ ਫਿਰ ਨਾਮ ਨਹੀਂ ਜਪਿਆ ਜਾਣਾ, ਫਿਰ ਉੱਥੇ ਵੀ ਪ੍ਰੀਤ ਦੀ ਗੰਢ ਵੱਜਣੀ ਨਹੀਂ। ਸਤਿਗੁਰੂ ਬਚਨ ਕਰਦੇ ਨੇ ਨਾ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਿਰ ਚੋ ਸੋਏ ਨ ਚੌਬਾਰੇ।
ਸਤਿਗੁਰੂ ਕਹਿੰਦੇ ਭਾਵੇਂ ਕਿ ਰੜਾ ਮੈਦਾਨ ਹੈ ਨਾ, ਉੱਥੇ ਬੈਠ ਕਰਕੇ ਨਾਮ ਜਪਿਆ ਜਾਵੇ, ਸੋਨੇ ਦੇ ਚੁਬਾਰੇ ਤੈਨੂੰ ਪ੍ਰਤੀਤ ਹੋਣਗੇ। ਤੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਈ ਨਗਰ ਉਜਾੜੀ ਜੀਉ। ਜਿੱਥੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ, ਸਤਿਗੁਰੂ ਕਹਿੰਦੇ ਉਹ ਭਾਵੇਂ ਸੋਨੇ ਦੇ ਮਹਿਲ ਕਿਉਂ ਨਾ ਹੋਣ, ਉਹ ਤੇ ਉਜਾੜ ਹੀ ਉਜਾੜ ਹੈ, ਸਾਰੇ ਪਾਸੇ ਵਖੇੜਾ ਹੀ ਵਖੇੜਾ ਹੈ। ਇਸ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ। ਆਪ ਜੀ ਵਡਭਾਗੇ ਹੋ, ਕਿਉਂਕਿ ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਵੱਡੇ ਭਾਗਾਂ ਤੋਂ ਬਿਨਾਂ ਗੁਰੂ ਕੀ ਸੰਗਤ ਜਿਹੜੀ ਉਹ ਪ੍ਰਾਪਤ ਨਹੀਂ ਹੁੰਦੀ। ਆਪ ਸਭਨਾ ਜੀਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਤਿਗੁਰੂ ਜੀਆਂ ਦਾ ਓਟ ਆਸਰਾ ਤੱਕ ਕਰਕੇ ਸੰਗਤ ਜਿਹੜੀ ਕੀਤੀ। ਸਤਿਗੁਰੂ ਜੀ ਕਿਰਪਾ ਕਰਨ, ਇਸ ਪਾਵਨ ਪਵਿੱਤਰ ਮਹੀਨੇ ਦੀ ਵਿਚਾਰ ਔਰ ਉਪਦੇਸ਼ ਆਪ ਸਭਨਾ ਜੀਵਾਂ ਦੇ ਹਿਰਦੇ ਦੇ ਅੰਦਰ ਵਸ ਜਾਵੇ। ਆਪਾਂ ਗੁਰੂ ਨੂੰ ਸਮਰਪਿਤ ਹੋ ਕਰਕੇ ਸਤਿਗੁਰੂ ਜੀਆਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕਰਕੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਕਰੀਏ। ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਵਿਚਾਰ ਕਰਦਿਆਂ ਹੋਇਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਆਪ ਗੁਰੂ ਰੂਪ ਸਾਧ ਸੰਗਤ ਸਤਿਗੁਰੂ ਸਮਰੱਥ ਨੇ, ਬਖਸ਼ਣ ਯੋਗ ਨੇ, ਬਖਸ਼ ਲੈਣ। ਅਗਾਂਹ ਵਾਸਤੇ ਅਥਾਹ ਬਖਸ਼ਿਸ਼ ਰਹਿਮਤ ਕਰਨਾ। ਆਪ ਵਿੱਚ ਵਰਤ ਕਰਕੇ ਇਸ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਇਸੇ ਤਰ੍ਹਾਂ ਕਰਵਾਉਂਦੇ ਰਹਿਣ। ਸਤਿਗੁਰੂ ਜੀ ਬਖਸ਼ਿਸ਼ਾਂ ਕਰਨ। ਆਓ ਬੜੇ ਪਿਆਰ ਦੇ ਵਿੱਚ ਭਿੱਜ ਕਰਕੇ ਵਾਹਿਗੁਰੂ ਜੀਆਂ ਦੀ ਫਤਿਹ ਦਾ ਸਿਮਰਨ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਦੇ ਵਿੱਚ ਭਿੱਜ ਕਰਕੇ ਸਿਮਰਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।